ਮਾਲਵਾ ਵਰਲਡ ਲਾਈਵ ਦੇਖ ਰਹੇ ਸਾਰੇ ਮੇਰੇ ਵੀਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਭੈਣਾਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਬੁੱਕਸ ਦੱਸੀਆਂ ਜਾਣਗੀਆਂ ਜੋ ਕਿ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲ ਦੀ ਭਰਤੀ ਲਈ ਜ਼ਰੂਰੀ ਹਨ ਤੇ ਤੁਸੀਂ ਹੋਰ ਵੀ ਪੰਜਾਬ ਦੇ ਐਗਜ਼ਾਮਸ ਵੀ ਕਲੀਅਰ ਕਰ ਸਕਦੇ ਹੋ ਇਹਨਾਂ ਬੁੱਕਸ ਦੀ ਪ੍ਰੈਪਰੇਸ਼ਨ ਕਰਕੇ। ਸੋ ਮੇਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ, ਪੇਜ ਨੂੰ ਸਬਸਕ੍ਰਾਈਬ ਤੇ ਹੋਰ ਵੀਰਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਹ ਜਾਣਕਾਰੀ ਮਿਲ ਸਕੇ ਤੇ ਮੇਰੇ ਨਾਲ ਇਸ ਵੀਡੀਓ 'ਚ ਬਣੇ ਰਹੋ। ਸੋ ਪਹਿਲੀ ਬੁੱਕ ਦੀ ਗੱਲ ਕਰਨ ਜਾ ਰਹੇ ਜੀ ਇੰਡੀਅਨ ਪੋਲਿਟੀ, ਜੋ ਕਿ ਐਮ ਲక్ష్ਮੀ ਕਾਂਤ ਦੀ ਬੁੱਕ ਹੈ ਜੀ। ਠੀਕ ਹੈ ਜੀ, ਇਹ ਹਰੇਕ ਪੰਜਾਬ ਦੇ ਐਗਜ਼ਾਮ 'ਚ ਲਾਜ਼ਮੀ ਹੈ। ਤੁਹਾਨੂੰ ਪਤਾ ਇੰਡੀਅਨ ਪੋਲਿਟੀ ਮਤਲਬ ਕਿ ਭਾਰਤ ਦਾ ਸੰਵਿਧਾਨ ਬਹੁਤ ਜ਼ਰੂਰੀ ਹੁੰਦਾ ਹਰ ਐਗਜ਼ਾਮ ਦੇ ਵਿੱਚ, ਕਿਉਂਕਿ ਹੱਦ ਤੋਂ ਜ਼ਿਆਦਾ ਕੁਐਸਚਨ ਇਹਦੇ ਵਿੱਚ ਹੀ ਪਾਏ ਜਾਂਦੇ ਨੇ। ਅਤੇ ਆਪਣੇ SI ਅਤੇ ਹੈੱਡ ਕਾਂਸਟੇਬਲ ਦੇ ਵਿੱਚ ਜਨਰਲ ਅਵੇਅਰਨੈਸ ਦੇ ਵਿੱਚ ਇਹਦੇ ਤੋਂ ਅੱਧਾ ਸਿਲੇਬਸ ਇੰਡੀਅਨ ਪੋਲਿਟੀ ਦਾ ਹੀ ਪੁੱਛਿਆ ਗਿਆ ਹੈ। ਸੋ ਮੇਰੇ ਵੀਰ ਇਸ ਬੁੱਕ ਨੂੰ ਬਾਏ ਜ਼ਰੂਰ ਕਰ ਲੈਣ ਮਾਰਕੀਟ ਤੋਂ, ਅਤੇ ਨੇੜੇ ਅਤੇ ਜੋ ਵੀ ਇਹਨਾਂ ਨੂੰ ਬੁੱਕ ਸਟੋਰ ਲੱਗਦਾ ਹੈ ਅਵੇਲੇਬਲ ਹਰ ਕਿਤੇ ਹੋਵੇਗੀ, ਕਿਉਂਕਿ ਅੱਜ ਕੱਲ੍ਹ ਆਮ ਤੌਰ 'ਤੇ ਇਹ ਬੁੱਕ ਮਿਲ ਜਾਂਦੀ ਹੈ। ਜਿਨ੍ਹਾਂ ਮੇਰੇ ਵੀਰਾਂ ਕੋਲ ਨਹੀਂ ਹੈਗੀ ਉਹ ਔਨਲਾਈਨ ਵੀ ਬਾਏ ਕਰ ਸਕਦੇ ਨੇ, ਪਰ ਲੇਟੈਸਟ ਐਡੀਸ਼ਨ ਨੂੰ ਬਾਏ ਕਰਨ, ਕਿਉਂਕਿ ਇਸ ਦੇ ਬਹੁਤ ਪੁਰਾਣੇ ਐਡੀਸ਼ਨ ਵੀ ਪਏ ਹਨ ਸਸਤੇ ਰੇਟਾਂ 'ਤੇ, ਬਟ ਲੇਟੈਸਟ ਦੇ ਵਿੱਚ ਨਵੀਆਂ ਚੀਜ਼ਾਂ ਐਡ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਬੁੱਕ ਐ ਬਾਏ ਕਰ ਲੈਣ। ਸੋ ਦੂਸਰੀ ਕਿਤਾਬ ਹੈ ਜੀ ਇੰਡੀਅਨ ਅਤੇ ਵਰਲਡ ਜਿਓਗ੍ਰਾਫੀ। ਵੈਸੇ ਆਪਾਂ ਨੂੰ ਇੰਡੀਅਨ ਜਿਓਗ੍ਰਾਫੀ ਦੀ ਜ਼ਿਆਦਾ ਜ਼ਰੂਰਤ ਹੈ, ਤਾਂ ਅਰੀਹੰਤ ਦੀ ਤੁਸੀਂ ਇੰਡੀਅਨ ਜਿਓਗ੍ਰਾਫੀ ਤੁਸੀਂ ਲੈ ਲੈਣੀ ਹੈ ਜੀ ਬਜ਼ਾਰੋਂ ਵਰਲਡ ਦੀ ਥਾਂ। ਇਹ ਵੈਸੇ ਇੰਡੀਅਨ ਅਤੇ ਵਰਲਡ ਜਿਓਗ੍ਰਾਫੀ IPS PCS ਐਗਜ਼ਾਮ ਲਈ ਜ਼ਰੂਰੀ ਹੁੰਦੀ ਹੈ, ਪਰ ਤੁਸੀਂ ਇਕੱਲੀ ਇੰਡੀਅਨ ਜਿਓਗ੍ਰਾਫੀ ਪੰਜਾਬ ਸਟੇਟ ਦੇ ਐਗਜ਼ਾਮ ਲਈ ਲਾਜ਼ਮੀ ਹੈ। SI ਦੇ ਐਗਜ਼ਾਮ ਦੇ ਵਿੱਚ ਇੰਡੀਅਨ ਜਿਓਗ੍ਰਾਫੀ ਲਾਜ਼ਮੀ ਮੰਗੀ ਗਈ ਹੈ। ਹੈੱਡ ਕਾਂਸਟੇਬਲ ਦੇ ਵਿੱਚ ਸਿਰਫ ਪੰਜਾਬ ਦੀ ਜਿਓਗ੍ਰਾਫੀ ਮੰਗੀ ਗਈ ਹੈ। ਠੀਕ ਹੈ ਜੀ, ਅਤੇ ਤੁਸੀਂ ਇਸ ਬੁੱਕ ਨੂੰ ਬਾਏ ਕਰਕੇ ਵੱਧ ਤੋਂ ਵੱਧ ਤੁਸੀਂ ਪੜ੍ਹ ਸਕਦੇ ਹੋ। ਅਤੇ ਨਾਲ ਹੀ ਤੁਸੀਂ ਔਨਲਾਈਨ YouTube ਚੈਨਲਸ 'ਤੇ ਬਹੁਤ ਵੀਡੀਓਜ਼ ਪਈਆਂ ਨੇ ਇੰਡੀਅਨ ਜਿਓਗ੍ਰਾਫੀ ਨੂੰ ਲੈ ਕੇ, ਅਤੇ ਤੁਸੀਂ ਮੇਰੇ ਵੀਰ ਉਹਨਾਂ ਨੂੰ ਵੀ ਦੇਖ ਲੈਣਾ। ਬਹੁਤ ਮੇਰੇ ਵੀਰਾਂ ਨੂੰ ਚੈਨਲ ਸਰਚ ਕਰ ਸਕਦੇ ਨੇ, ਅਤੇ ਜਿਹਦੇ ਨਾਲ ਵਧੀਆ ਸਮਝਾਇਆ ਗਿਆ ਵੀ ਕਿਵੇਂ ਨਦੀਆਂ ਅਤੇ ਕਿਵੇਂ ਪਹਾੜ ਦਿਖਦੇ ਹਨ। ਠੀਕ ਹੈ, ਇੰਡੀਆ ਦੇ ਵਿੱਚ। ਅਤੇ ਤੀਸਰੀ ਬੁੱਕ ਕਰਨ ਜਾ ਰਹੇ ਹਾਂ ਜੀ ਇੰਡੀਅਨ ਹਿਸਟਰੀ, ਜੋ ਕਿ ਬਹੁਤ ਲਾਜ਼ਮੀ ਹੈ। 3 ਤਰ੍ਹਾਂ ਦੀ ਹਿਸਟਰੀ ਹੁੰਦੀ ਹੈ ਆਪਣੀ ਜੀ, ਅਤੇ ਏਨਸ਼ੀਅੰਟ ਹਿਸਟਰੀ, ਮੈਡਲਿਵ ਹਿਸਟਰੀ ਅਤੇ ਮੋਡਰਨ ਹਿਸਟਰੀ। ਸੋ ਇੰਡੀਅਨ ਹਿਸਟਰੀ ਅਰੀਹੰਤ ਦੀ ਬਹੁਤ ਲਾਜ਼ਮੀ ਮੰਨੀ ਗਈ ਹੈ, ਕਿਉਂਕਿ ਪੇਪਰ ਦੇ ਵਿੱਚ ਹੱਦ ਤੋਂ ਜ਼ਿਆਦਾ ਸਿਲੇਬਸ ਹਿਸਟਰੀ ਦੇ ਵਿੱਚੋਂ ਵੀ ਪੁੱਛਿਆ ਜਾਂਦਾ ਹੈ। ਜ਼ਿਆਦਾਤਰ ਮੈਂਡਲਿਵ ਅਤੇ ਮੋਡਰਨ ਹਿਸਟਰੀ ਨੂੰ ਮਾਇਨੇ ਦਿੱਤਾ ਜਾਂਦਾ ਹੈ ਜੀ ਪੇਪਰ ਦੇ ਵਿੱਚ। ਅਤੇ ਇਹ ਅਰੀਹੰਤ ਦੀ ਬੁੱਕ ਜ਼ਰੂਰ ਬਾਏ ਕਰ ਲਵੋ ਜੀ। ਨਹੀਂ ਤਾਂ ਮੇਰੇ ਵੀਰ ਹੋਰ ਵੀ ਬੁੱਕਸ ਆਉਂਦੀਆਂ ਜਿਵੇਂ ਕਿ NCERT ਦੀਆਂ ਬੁੱਕਸ ਹੁੰਦੀਆਂ, ਉਹ ਥੋੜ੍ਹੀ ਜਿਹੀ ਛੋਟੀ ਹੁੰਦੀਆਂ, ਬਟ ਤੁਸੀਂ ਪੜ੍ਹ ਕੇ ਆਪਣੀ ਨੌਲੇਜ ਗੇਨ ਕਰ ਸਕਦੇ ਹੋ ਅਤੇ ਐਗਜ਼ਾਮ ਨੂੰ ਕਰੈਕ ਕਰ ਸਕਦੇ ਹੋ। ਪਰ ਘੱਟ ਸਮੇਂ ਦੇ ਵਿੱਚ ਤੁਹਾਨੂੰ ਇਹ ਬੁੱਕ ਹੀ ਫਾਇਦੇਮੰਦ ਰਹੇਗੀ, ਕਿਉਂਕਿ ਇਸ ਦੇ ਨਾਲ ਸੈਂਪਲ ਪੇਪਰ ਵੀ ਹੁੰਦੇ ਨੇ ਅਤੇ ਤੁਸੀਂ ਨਾਲ ਉਹਨਾਂ ਨੂੰ ਹੱਲ ਕਰਕੇ ਆਪਣੇ ਆਪ ਨੂੰ ਇੰਨਾ ਕੁ ਹੌਸਲਾ ਦੇ ਸਕਦੇ ਨੇ। ਅਤੇ ਚੌਥੀ ਬੁੱਕ ਹੈ ਜੀ ਇੰਡੀਅਨ ਇਕੋਨਮੀ ਦੀ। ਵੈਸੇ ਤਾਂ ਮੈਂ ਕਹਿਣਾ ਚਾਹਾਂਗੀ ਇੰਡੀਅਨ ਇਕੋਨਮੀ ਨੂੰ ਇੰਨਾ ਪੜ੍ਹਨ ਦੀ ਜ਼ਿਆਦਾ ਲੋੜ ਨਹੀਂ, ਕਿਉਂਕਿ ਜੀ ਇਹਨਾਂ ਦੇ ਵਿੱਚੋਂ 4 ਜਾਂ 5 ਕੁਐਸਚਨ ਹੀ ਪੁੱਛੇ ਜਾਂਦੇ ਨੇ, ਅਤੇ ਉਹ ਵੀ ਜ਼ਿਆਦਾ ਸਿਲੇਬਸ ਹੁੰਦਾ ਇੰਡੀਅਨ ਇਕੋਨਮੀ ਦਾ। ਅਤੇ ਤੁਸੀਂ ਆਪਣਾ ਇਦੋਂ ਵਧੀਆ ਔਨਲਾਈਨ ਵੀਡੀਓਜ਼ ਦੇਖ ਲਓ ਇੰਡੀਅਨ ਇਕੋਨਮੀ ਤੋਂ ਰਿਲੇਟਡ ਲੈ ਕੇ, ਤਾਂ ਕਿ ਤੁਹਾਨੂੰ ਥੋੜ੍ਹੀ ਬਹੁਤ ਜਾਣਕਾਰੀ ਹੋ ਜਾਵੇ। ਅਤੇ ਨਾਲ ਇਹ ਜੇ ਮੇਰੇ ਵੀਰ ਕੋਈ ਉਤਸੁਕ ਨੇ ਪੜ੍ਹਨ ਲਈ, ਅਤੇ ਉਹ ਅਰੀਹੰਤ ਦੀ ਇੰਡੀਅਨ ਇਕੋਨਮੀ ਜ਼ਰੂਰ ਪੜ੍ਹ ਲਵੇ। ਅਤੇ ਉੱਪਰੋਂ ਓਵਰਵਿਊ ਲੈਣ ਲਈ ਤੁਸੀਂ YouTube 'ਤੇ ਜਾਂ ਹੋਰ ਪਲੇਟਫਾਰਮ ਰਾਹੀਂ ਤੁਸੀਂ ਨੋਟਸ ਮੰਗਾ ਕੇ ਆਪਣਾ ਰਿਵਿਊ ਲੈ ਸਕਦੇ ਹੋ, ਤਾਂ ਕਿ ਤੁਹਾਨੂੰ ਕਰੈਕ ਕਰਨ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ। ਕੋਈ ਵੀ ਇਹਦੇ ਰਿਲੇਟਡ ਕੋਈ ਕੁਐਸਚਨ ਆਉਂਦਾ ਤੁਸੀਂ ਹੱਲ ਕਰਨ ਯੋਗ ਹੋ ਜਾਓ। ਇਸ ਕਰਕੇ ਮੈਂ ਇਹੀ ਕਹਿਣਾ ਚਾਹਾਂਗਾ ਇਸ ਨੂੰ ਜ਼ਿਆਦਾ ਮੱਦੇਨਜ਼ਰ ਨਾ ਰੱਖਿਆ ਜਾਵੇ। ਅਤੇ ਪੰਜਵੀਂ ਗੱਲ ਕਰ ਰਹੇ ਸਾਇੰਸ ਐਂਡ ਟੈਕਨੋਲੋਜੀ, ਜੋ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੇ ਯੁੱਗ ਬਹੁਤ ਤੁਹਾਨੂੰ ਪਤਾ ਹੈ ਡਿਵੈਲਪ ਹੋ ਚੁੱਕਾ ਹੈ, ਅਤੇ ਇਹਦੇ ਰਿਲੇਟਡ ਕੁਐਸਚਨ ਹੱਦ ਤੋਂ ਜ਼ਿਆਦਾ ਪੁੱਛੇ ਜਾ ਸਕਦੇ ਨੇ। ਸੋ ਸਾਇੰਸ ਐਂਡ ਟੈਕਨੋਲੋਜੀ ਤੁਸੀਂ ਲੈ ਸਕਦੇ ਹੋ ਰਵੀ ਅਰਗਾਰੀ ਦੀ। ਠੀਕ ਹੈ ਜੀ, ਇਹ ਬੁੱਕ ਬਹੁਤ ਵਧੀਆ ਜੀ, ਅਤੇ ਤੁਹਾਨੂੰ ਜੋ ਵੀ ਨੌਲੇਜ ਹੈ ਟੈਕਨੀਕਲ ਰਿਲੇਟਡ ਜਾਂ ਫਿਰ ਕੋਈ ਵੀ ਸਾਇੰਸ ਰਿਲੇਟਡ ਤੁਹਾਨੂੰ ਮਿਲ ਸਕਦੀ ਹੈ, ਅਤੇ ਇਹ ਤੁਹਾਡੇ ਕਾਫੀ ਫਾਇਦੇਮੰਦ ਹੋਵੇਗੀ। ਜਾਂ ਫਿਰ ਤੁਸੀਂ ਅਰੀਹੰਤ ਦੀ ਵੀ ਸਾਇੰਸ ਐਂਡ ਟੈਕਨੋਲੋਜੀ ਇੱਕ ਬੁੱਕ ਆਉਂਦੀ ਹੈ, ਤੁਸੀਂ ਉਹਨੂੰ ਵੀ ਬਾਏ ਕਰ ਸਕਦੇ ਹੋ, ਕਿਉਂਕਿ ਮੇਰੇ ਵੀਰਾਂ ਨੂੰ ਮਾਰਕੀਟ ਦੇ ਵਿੱਚੋਂ ਕਈ ਬੁੱਕਸ ਨਹੀਂ ਅਵੇਲੇਬਲ ਹੁੰਦੀਆਂ, ਅਤੇ ਉਹ ਅਰੀਹੰਤ ਦਾ ਰਾਈਟਰ ਦੀ ਹਰ ਚੀਜ਼ ਅਵੇਲੇਬਲ ਹੈ ਜੀ। ਸੋ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਹੈ ਕਿ ਬੁੱਕਸ ਨੂੰ ਬਾਏ ਕਰਕੇ ਤੁਸੀਂ ਘਰ ਬੈਠ ਕੇ ਪੜ੍ਹ ਸਕਦੇ ਹੋ, ਜਿਹੜੇ ਮੇਰੇ ਵੀਰ ਇੰਸਟੀਟਿਊਸ਼ਨ ਨਹੀਂ ਜੁਆਇਨ ਕਰ ਸਕਦੇ। ਅਤੇ ਸਭ ਤੋਂ ਲਾਜ਼ਮੀ ਬੁੱਕ ਹੈ ਜੀ ਸਾਡਾ ਪੰਜਾਬ, ਜੋ ਕਿ ਪੰਜਾਬ ਦੀ ਸਾਰੀ GK ਹੁੰਦੀ ਹੈ ਜੀ। ਇਹ ਬੁੱਕ ਇੱਕ ਹਿਸਾਬ ਦੀ ਹੀਰਾ ਹੈ ਮੇਰੇ ਵੀਰੋ, ਕਿਉਂਕਿ ਪੰਜਾਬ ਸਟੇਟ ਦਾ ਕੋਈ ਵੀ ਐਗਜ਼ਾਮ ਇਸ ਬੁੱਕ ਦੇ ਬਿਨਾਂ ਕਲੀਅਰ ਨਹੀਂ ਕੀਤਾ ਜਾ ਸਕਦਾ। ਇਸ ਬੁੱਕ ਦੇ ਵਿੱਚ ਤੁਹਾਨੂੰ ਹਿਊਜ ਨੌਲੇਜ ਦਿੱਤੀ ਹੋਵੇਗੀ ਪੰਜਾਬ ਨੂੰ ਲੈ ਕੇ, ਅਤੇ ਨਾਲ ਹੀ ਤੁਹਾਨੂੰ ਜ਼ਿਲ੍ਹਿਆਂ
ਨਦੀਆਂ ਅਤੇ ਹੋਰ ਵੀ ਕਈ ਖੇਤਰਾਂ ਦੀ ਜਾਣਕਾਰੀ ਇਹਦੇ ਵਿੱਚ ਪੂਰੀ ਮਿਲ ਜਾਵੇਗੀ। ਅਤੇ ਨਾਲ ਹੀ ਤੁਹਾਨੂੰ ਹਿਸਟਰੀ ਬਾਰੇ ਪਤਾ ਲੱਗੇਗਾ ਪੰਜਾਬ ਦੀ। ਇਸ ਬੁੱਕ ਦੇ ਵਿੱਚ ਸਭ ਕੁਝ ਪੰਜਾਬ ਰਿਲੇਟਡ ਅਵੇਲੇਬਲ ਹੈ। ਬੇਫਿਕਰ ਹੋ ਕੇ ਤੁਸੀਂ ਇਹ ਬੁੱਕ ਨੂੰ ਖਰੀਦ ਲਵੋ, ਕਿਉਂਕਿ ਇਹ ਬੁੱਕ ਤੁਹਾਡੀ ਅੱਧੀ ਟੈਨਸ਼ਨ ਉਤਾਰ ਦੇਵੇਗੀ। ਕਿਉਂਕਿ ਜਨਰਲ ਅਵੇਅਰਨੈਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਰਿਲੇਟਡ ਕੁਐਸਚਨ ਹੀ ਆਉਣਗੇ। SI ਅਤੇ ਹੈੱਡ ਕਾਂਸਟੇਬਲ ਦੀ ਭਰਤੀ ਦੇ ਜੋ ਵੀ ਐਗਜ਼ਾਮ ਹੋਣਾ, ਠੀਕ ਹੈ ਜੀ, ਤੁਸੀਂ ਈਜ਼ੀਲੀ ਕੁਆਲੀਫਾਈ ਕਰ ਸਕਦੇ ਹੋ। ਅਤੇ ਆਪਾਂ ਹੁਣ 6ਵੀਂ ਬੁੱਕ ਦੀ ਗੱਲ ਕਰਨ ਜਾ ਰਹੇ ਹਾਂ, ਕੁਆਂਟੀਟੇਟਿਵ ਐਪਟੀਟਿਊਡ, ਜੋ ਕਿ ਮੈਥ ਦੇ ਜੋ ਵੀ ਕੁਐਸਚਨ ਆਨਸਰ ਜਿਹੜੇ ਤੁਹਾਨੂੰ ਆਉਂਦੇ ਹੈ ਪੇਪਰ ਦੇ ਵਿੱਚ, ਉਸ ਰਿਲੇਟਡ ਤੁਸੀਂ ਅਗਰ ਪ੍ਰੈਕਟਿਸ ਕਰਨੀ ਹੈ ਜਾਂ ਸਿੱਖਣਾ, ਇਹ ਬੁੱਕ ਸਭ ਨਾਲੋਂ ਲਾਹੇਵੰਦ ਹੈ ਜੀ। ਕਿਉਂਕਿ ਇਸ ਦੇ ਵਿੱਚ ਹਰ ਤਰ੍ਹਾਂ ਦੇ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਅਤੇ ਈਜ਼ੀਲੀ ਕਰੈਕ ਕਰ ਸਕਦੇ ਹੋ ਜੇ ਅਗਰ ਤੁਸੀਂ ਇਸ ਬੁੱਕ ਨੂੰ ਸੋਲਵ ਕਰਦੇ ਹੋ। ਸਿਲੇਬਸ ਨੂੰ ਸਾਹਮਣੇ ਰੱਖ ਕੇ ਤੁਸੀਂ ਇਸ ਬੁੱਕ ਦੇ ਵਿੱਚੋਂ ਜੋ ਤੁਹਾਨੂੰ ਚੈਪਟਰ ਚਾਹੀਦੇ ਨੇ ਉਹਨਾਂ ਨੂੰ ਸੋਲਵ ਕਰੋ। ਇਸ ਤੋਂ ਬਾਹਰ ਕੋਈ ਵੀ ਐਗਜ਼ਾਮ ਦਾ ਜਿਹੜਾ ਕੁਐਸਚਨ ਨਹੀਂ ਆਉਂਦਾ, ਠੀਕ ਹੈ ਜੀ, ਕਿਉਂਕਿ ਸੇਮ ਟੂ ਸੇਮ ਕੁਐਸਚਨ, ਬਸ ਥੋੜ੍ਹੀਆਂ ਮੋਟੀਆਂ ਰਕਮਾਂ ਚੇਂਜ ਹੁੰਦੀਆਂ ਜੀ, ਬਾਕੀ ਸਾਰਾ ਕੁਛ ਸੇਮ ਹੀ ਹੁੰਦਾ। ਅਤੇ ਬਾਕੀ ਹੋਰ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਹ ਲਾਜ਼ਮੀ ਬੁੱਕ ਖਰੀਦ ਲੈਣ, ਕਿਉਂਕਿ ਇਹ ਸਿਰਫ SI ਅਤੇ ਹੈੱਡ ਕਾਂਸਟੇਬਲ ਹੀ ਨਹੀਂ, ਹੋਰ ਵੀ ਕਈ ਐਗਜ਼ਾਮਾਂ ਵਿੱਚ ਲਾਹੇਵੰਦ ਰਹਿੰਦੀ ਹੈ। ਅਤੇ ਨਾਲ 7ਵੀਂ ਬੁੱਕ ਹੈ ਜੀ ਟੈਸਟ ਆਫ ਰੀਜ਼ਨਿੰਗ, ਜੋ ਕਿ ਅਰੀਹੰਤ ਜੀ ਦੁਆਰਾ ਹੈ। ਅਤੇ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਰੀਜ਼ਨਿੰਗ ਦੇ ਜਿਹੜੇ ਕਿ ਚੈਪਟਰ ਮਿਲ ਜਾਣਗੇ, ਜੋ ਤੁਹਾਡੇ ਹੈੱਡ ਕਾਂਸਟੇਬਲ ਜਾਂ SI ਦੀ ਭਰਤੀ ਵਿੱਚ ਚੈਪਟਰ ਤੁਹਾਨੂੰ ਦਿੱਤੇ ਗਏ ਨੇ। ਤੁਸੀਂ ਇਹਨਾਂ ਨੂੰ ਦੇਖ ਕੇ ਤੁਸੀਂ ਹੱਲ ਕਰ ਸਕਦੇ ਹੋ ਅਤੇ ਟ੍ਰਿਕਸ ਅਤੇ ਟਿਪਸ ਸਿੱਖ ਸਕਦੇ ਹੋ ਈਜ਼ੀਲੀ। ਅਤੇ ਬੇਫਿਕਰ ਹੋ ਕੇ ਤੁਸੀਂ ਸੈਂਪਲ ਪੇਪਰ ਨੂੰ ਸੋਲਵ ਕਰੋ, ਤਾਂ ਕਿ ਤੁਹਾਡੀ ਰੀਜ਼ਨਿੰਗ ਦਾ ਜਿਹੜਾ ਸਮਾਂ ਵੀ ਬਚ ਸਕੇ ਅਤੇ ਤੁਸੀਂ ਜਲਦੀ ਤੋਂ ਜਲਦੀ ਸੋਲਵ ਕਰਕੇ ਆਪਣੇ ਐਗਜ਼ਾਮ ਨੂੰ ਕੁਆਲੀਫਾਈ ਕਰ ਸਕੋ। ਇਹ ਸਭ ਨਾਲੋਂ ਬੈਸਟ ਬੁੱਕ ਮੰਨੀ ਗਈ ਹੈ ਸੀ, ਠੀਕ ਹੈ ਜੀ, ਜੈ ਕਿਸ਼ਨ ਜੀ ਦੀ ਹੈ। ਅਤੇ ਬਾਕੀ ਮੇਰੇ ਵੀਰ ਹੋਰ ਵੀ ਔਨਲਾਈਨ YouTube 'ਤੇ ਤੁਸੀਂ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸੋਲਵ ਕਰ ਸਕਦੇ ਹੋ ਉਹਨਾਂ ਨੂੰ ਦੇਖ ਕੇ ਵੀਡੀਓਜ਼ ਨੂੰ, ਕਿਉਂਕਿ ਬਹੁਤ ਹੀ ਚੈਨਲ ਜਿਹੜੇ ਹੈਗੇ ਨੇ ਬਣੇ ਹੋਏ ਨੇ, ਸੋ ਤੁਸੀਂ ਉਹਨਾਂ ਦੀ ਵੀ ਹੈਲਪ ਲੈ ਸਕਦੇ ਹੋ। ਅਤੇ 8ਵੀਂ ਬੁੱਕ ਹੈ ਜੀ ਕੰਪਿਊਟਰ ਅਵੇਅਰਨੈਸ, ਜੋ ਕਿ ਇੱਕ ਸਪੈਸ਼ਲ ਉਹਨਾਂ ਨੇ ਕੋਲਮ ਦਿੱਤਾ ਹੋਇਆ ਕਿ SI ਦੇ ਵਿੱਚ ਕੰਪਿਊਟਰ ਅਵੇਅਰਨੈਸ ਨੂੰ ਲੈ ਕੇ ਬਹੁਤ ਕੁਐਸਚਨ ਪੁੱਟ ਕੀਤੇ ਜਾਂਦੇ ਹੈ। ਲਗਭਗ 15 ਤੋਂ 20 ਕੁਐਸਚਨ ਕੰਪਿਊਟਰ ਅਵੇਅਰਨੈਸ ਦੇ ਰਿਲੇਟਡ ਹੁੰਦੇ ਆ। ਸੋ ਮੈਂ ਵੀ ਕਹਿਣਾ ਚਾਹਾਂਗੇ ਵੀ ਅਰੀਹੰਤ ਦੀ ਕੰਪਿਊਟਰ ਅਵੇਅਰਨੈਸ ਬੁੱਕ ਨੂੰ ਜ਼ਰੂਰ ਲਿਆ ਜਾਵੇ, ਸੈਂਪਲ ਕੁਐਸਚਨ ਹੱਲ ਕੀਤੇ ਜਾਣ ਅਤੇ ਜਰਨਲ ਜੋ ਵੀ ਫੰਡਾਮੈਂਟਲ ਜਿਹੜੇ ਵੀ ਉਹਨਾਂ ਦੇ ਚੈਪਟਰ ਨੇ ਕੰਪਿਊਟਰ ਨੂੰ ਲੈ ਕੇ, ਅਤੇ ਤੁਸੀਂ ਉਹਨਾਂ ਨੂੰ ਜ਼ਰੂਰ ਪੜ੍ਹ ਲਵੋ, ਕਿਉਂਕਿ ਇਹ ਬਹੁਤ ਅਸੈਂਸ਼ੀਅਲ ਹੈ ਤੁਹਾਡੇ ਸਭ ਲਈ। ਇਸ ਦੇ ਰਿਲੇਟਡ ਹੋਰ ਵੀ ਤੁਹਾਨੂੰ ਬੁੱਕਸ ਮਿਲ ਜਾਣਗੀਆਂ, ਬਟ ਤੁਸੀਂ ਅਰੀਹੰਤ ਦੀ ਅਗਰ ਲਓਗੇ ਤੁਹਾਨੂੰ ਜ਼ਿਆਦਾ ਕਲੈਰਿਟੀ ਮਿਲੇਗੀ ਅਤੇ ਬੇਫਿਕਰ ਹੋ ਕੇ ਤੁਸੀਂ ਐਗਜ਼ਾਮ ਨੂੰ ਕਰੈਕ ਕਰ ਸਕੋਗੇ। ਅਤੇ ਬਾਕੀ ਗੱਲਾਂ ਦੀ ਇਹ ਹੈ ਜੀ ਮੇਰੇ ਵੀਰੋ, ਹੈੱਡ ਕਾਂਸਟੇਬਲ ਦੀ ਮੇਨ ਬੁੱਕ ਵੀ ਆਉਂਦੀ ਹੈ ਇੱਕ ਜੀ, ਤੁਸੀਂ ਉਹ ਵੀ ਲੈ ਸਕਦੇ ਹੋ, ਅਤੇ SI ਦੀ ਵੀ, ਜੋ ਕਿ ਮਲਟੀ ਹੁੰਦੀ ਹੈ। ਇੱਕ ਇੰਗਲਿਸ਼ ਦੀ ਬੁੱਕ ਹੈ ਜੀ, ਜੋ ਕਿ ਮੇਰੇ ਵੀਰਾਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਉਹ ਤੁਸੀਂ ਅਰੀਹੰਤ ਦੀ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨਸ ਲੈ ਸਕਦੇ ਹੋ। ਇਸ ਦੇ ਵਿੱਚ ਬਹੁਤ ਤਰ੍ਹਾਂ ਦੇ ਤੁਹਾਨੂੰ ਐਗਜ਼ਾਮਪਲਸ ਵੀ ਮਿਲਣਗੀਆਂ ਅਤੇ ਨਾਲ ਨਾਲ ਤੁਹਾਨੂੰ ਹੱਲ ਕਰਨ ਲਈ ਪ੍ਰੈਕਟਿਸ ਪੇਪਰ ਵਿੱਚ ਮਿਲਣਗੇ। ਜਿਹੜੇ ਮੇਰੇ ਵੀਰਾਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਹੈ, ਜੋ ਮੇਰੇ ਵੀਰ ਇੰਗਲਿਸ਼ ਬਾਰੇ ਨਹੀਂ ਨੌਲੇਜ ਰੱਖਦੇ, ਉਹ ਡੇਲੀ ਨਿਊਜ਼ਪੇਪਰ ਨੂੰ ਜ਼ਰੂਰ ਪੜ੍ਹਿਆ ਕਰਨ ਅਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ, ਤਾਂ ਕਿ ਤੁਹਾਨੂੰ ਇੰਗਲਿਸ਼ ਪੇਪਰ ਦੇ ਜਿਹੜੇ 20 ਸਵਾਲ ਆਉਣੇ ਹੈ SI ਜਾਂ ਹੈੱਡ ਕਾਂਸਟੇਬਲ ਦੋਵਾਂ ਦੇ ਵਿੱਚ, ਤੁਸੀਂ ਈਜ਼ੀਲੀ ਕਰੈਕ ਕਰ ਸਕੋ। ਕਿਉਂਕਿ ਪੰਜਾਬੀ ਅਤੇ ਇੰਗਲਿਸ਼ ਜਿਹੜਾ ਕੋਲਮ ਹੁੰਦਾ ਪੇਪਰ ਦੇ ਵਿੱਚ, ਉਹ ਤੁਹਾਡੇ ਲਈ ਇੱਕ ਹਿਸਾਬ ਦਾ ਬੈਨੀਫਿਟ ਹੁੰਦਾ, ਬੋਨਸ ਪੁਆਇੰਟ ਹੁੰਦਾ ਵੀ ਤੁਸੀਂ ਉਸ ਦੇ ਵਿੱਚੋਂ ਵੱਧ ਤੋਂ ਵੱਧ ਮਾਰਕਸ ਲੈ ਸਕੋ। ਅਤੇ ਬਾਕੀ ਮੇਰੇ ਵੀਰੋ ਇਹੀ ਬੁੱਕਸ ਨੇ ਜੋ ਐਸੈਂਸ਼ੀਅਲ ਨੇ, ਤੁਸੀਂ ਮਾਰਕੀਟ ਦੇ ਵਿੱਚੋਂ ਬਾਏ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਮੇਰੀ ਵੀਡੀਓ ਨੂੰ ਲਾਈਕ ਕਰ ਦਿਓ, ਪੇਜ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ। ਧੰਨਵਾਦ।